वीडियो देख रहे सारे विद्यार्थियों ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਇਹ ਵੀਡੀਓ 8ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 8ਵੀਂ ਕਲਾਸ ਦੇ ਅਸੀਂ ਪਹਿਲੇ ਦੋ ਅਧਿਆਏ ਜਿਹੜੇ ਉਹ ਪਹਿਲਾਂ ਕਰ ਚੁੱਕੇ ਹਾਂ। ਤੀਸਰਾ ਅਧਿਆਇ ਜਿਹੜਾ ਚਤੁਰਭੁਜਾਵਾਂ ਨੂੰ ਸਮਝਣਾ ਹੈ, ਇੰਟਰੋਡਕਸ਼ਨ ਟੂ ਕੁਆਡਰੀਲੇਟਰਲਸ, ਇਹ ਅਸੀਂ ਇਸ ਵੀਡੀਓ ਦੇ ਵਿੱਚ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਚਤੁਰਭੁਜਾਵਾਂ ਕੀ ਹੁੰਦੀਆਂ ਨੇ, ਠੀਕ ਹੈ, ਜਾਂ ਬਹੁਭੁਜ ਕੀ ਹੁੰਦੀ ਹੈ, ਉਹਦੇ ਬਾਰੇ ਮੁੱਢਲੀ ਜਿਹੜੀ ਜਾਣਕਾਰੀ ਆਪਾਂ ਇਹਦੇ 'ਚ ਦੇਖਾਂਗੇ। ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। ਉਸ ਤੋਂ ਬਾਅਦ ਫਿਰ ਜਿਹੜੇ ਅਭਿਆਸ ਦੇ ਕੁਐਸਚਨ ਵੀ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਬਹੁਭੁਜ ਅਤੇ ਚਤੁਰਭੁਜਾਵਾਂ ਬਾਰੇ ਮੁੱਢਲੀ ਜਿਹੜੀ ਜਾਣਕਾਰੀ ਹੈ ਉਹ ਆਪਾਂ ਪਤਾ ਕਰਾਂਗੇ, ਉਹ ਡਿਸਕਸ ਕਰਾਂਗੇ। ਉਸ ਤੋਂ ਬਾਅਦ ਫਿਰ ਅਭਿਆਸ ਦੇ ਕੁਐਸਚਨ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ, ਠੀਕ ਹੈ। ਸੋ ਆਓ ਇਸ ਅਧਿਆਇ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵਕਰ ਦੇ ਬਾਰੇ। ਵਕਰ ਸਾਡੇ ਕੋਲ ਕੀ ਹੁੰਦੀ ਹੈ? ਜਦੋਂ ਅਸੀਂ ਕੋਈ ਵੀ ਲਾਈਨ, ਕਿਸੇ ਵੀ ਢੰਗ ਦੇ ਨਾਲ ਰੇਖਾ ਜਿਹੜੀ ਉਹ ਆਪਾਂ ਹੱਥ ਦੇ ਨਾਲ ਫ੍ਰੀ ਹੈਂਡ ਲਗਾਉਂਦੇ ਹਾਂ ਤਾਂ ਉਹਨੂੰ ਅਸੀਂ ਵਕਰ ਬੋਲਦੇ ਹਾਂ, ਕਰਵ ਬੋਲਦੇ ਹਾਂ, ਠੀਕ ਹੈ। ਤਾਂ ਇਹਦੇ ਵਿੱਚ ਕੁਛ ਜਿਹੜੀਆਂ ਵਕਰਾਂ ਤੁਹਾਨੂੰ ਕਰਵਸ ਜਿਹੜੀਆਂ ਦਿੱਤੀਆਂ ਹੋਈਆਂ ਨੇ, ਇਹਨਾਂ ਦੀ ਕੁਛ ਦੋਨਾਂ ਤੋਂ ਅਲੱਗ ਇੱਕ ਦੂਜੇ ਤੋਂ ਜਿਹੜੀ ਭਿੰਨਤਾ ਹੈ, ਡਿਫਰੈਂਸ ਜਿਹੜੇ ਹੈਗੇ ਨੇ। ਕਿਵੇਂ? ਜਿੱਦਾਂ ਇਹ ਜਿਹੜੀ ਵਕਰ ਲਗਾਈ ਗਈ ਹੈ, ਜਿਹੜੀ ਲਾਈਨ ਲਗਾਈ ਗਈ ਹੈ, ਇਹਦੇ ਵਿੱਚ ਇਹਦੇ ਜਿਹੜੇ ਦੋਨੋਂ ਸਿਰੇ ਨੇ ਉਹ ਆਪਸ ਦੇ ਵਿੱਚ ਜੁੜ ਨਹੀਂ ਰਹੇ। ਜਿਹੜੇ ਦੋਨੋਂ ਸਿਰੇ ਨੇ ਉਹ ਖੁੱਲ੍ਹੇ ਨੇ ਬਿਲਕੁਲ, ਹੈ ਨਾ। ਤੋ ਇਹ ਸਾਡੇ ਕੋਲ ਖੁੱਲ੍ਹੀ ਵਕਰ ਹੈ, ਖੁੱਲ੍ਹੀ ਹੈ, ਠੀਕ ਹੈ। ਔਰ ਜਦੋਂ ਇਸ ਤਰ੍ਹਾਂ ਵਕਰ ਜਿਹੜੀ ਇੱਕ ਦੂਸਰੇ ਨੂੰ ਆਪਣੇ ਆਪ ਨੂੰ ਕੱਟ ਕਰਦੀ ਹੋਵੇ, ਇਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਸਧਾਰਨ ਵਕਰ ਨਹੀਂ ਹੈਗੀ। ਇਹ ਸਾਡੇ ਕੋਲ ਸਧਾਰਨ ਵਕਰ ਹੈ, ਇਹ ਸਾਡੇ ਕੋਲ ਸਧਾਰਨ ਵਕਰ ਨਹੀਂ ਹੈਗੀ। ਔਰ ਇਹ ਵੀ ਖੁੱਲ੍ਹੀ ਹੈ ਕਿਉਂਕਿ ਇਹਦੇ ਵੀ ਦੋਨੋਂ ਜਿਹੜੇ ਸਿਰੇ ਨੇ ਉਹ ਇੱਕ ਦੂਜੇ ਨੂੰ ਮਿਲਦੇ ਨਹੀਂ ਨੇ, ਦੋਨੋਂ ਸਿਰੇ ਖੁੱਲ੍ਹੇ ਨੇ, ਠੀਕ ਹੈ। ਇਹ ਸਾਡੇ ਕੋਲ ਇੱਕ ਵਕਰ ਹੈ ਚੱਕਰ ਦੀ ਸ਼ੇਪ ਦੇ ਵਿੱਚ ਹੈ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਵਕਰ ਹੈ ਨਾ ਤਾਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਕੱਟਦੀ ਹੈ, ਉਸ ਤੋਂ ਤੁਸੀਂ ਬਾਅਦ ਇਹਨਾਂ ਦੇ ਜਿਹੜੇ ਸਿਰੇ ਹੈ ਉਹ ਵੀ ਲੱਭ ਨਹੀਂ ਸਕਦੇ ਕਿਉਂਕਿ ਇਹਨਾਂ ਦੇ ਸਿਰੇ ਜਿਹੜੇ ਉਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਦੁਬਾਰਾ ਜੁੜ ਗਏ ਨੇ, ਠੀਕ ਹੈ। ਤਾਂ ਇਸ ਤੋਂ ਬਾਅਦ ਜਿਹੜਾ ਚੌਥਾ ਸਾਡੇ ਕੋਲ ਹੈ, ਇਹਦੇ ਤੁਸੀਂ ਦੇਖ ਸਕਦੇ ਹੋ ਇਹਦੇ ਸਿਰੇ ਤਾਂ ਜਿਹੜੇ ਆਪਸ ਜੁੜੇ ਹੋਏ ਨੇ, ਮਤਲਬ ਜਿਵੇਂ ਇਹਨਾਂ ਦੋਨਾਂ ਦੇ ਵਿੱਚ ਸਿਰੇ ਖੁੱਲ੍ਹੇ ਸੀ, ਇਸ ਤਰ੍ਹਾਂ ਇਹਦੇ ਵਿੱਚ ਜਿਹੜੇ ਸਿਰੇ ਖੁੱਲ੍ਹੇ ਤਾਂ ਨਹੀਂ ਹੈਗੇ, ਪਰ ਇਹਦੇ ਵਿੱਚ ਵਕਰ ਜਿਹੜੀ ਆਪਣੇ ਆਪ ਨੂੰ ਹੀ ਇੱਕ ਜਗ੍ਹਾ ਕੱਟਦੀ ਪਈ ਹੈ, ਠੀਕ ਹੈ। ਤਾਂ ਇਹ ਵਕਰ ਜਿਹੜੀ ਸਾਡੇ ਕੋਲ ਬੰਦ ਹੈ, ਪਰ ਇਹ ਸਧਾਰਨ ਨਹੀਂ ਹੈ, ਅਸਾਧਾਰਨ ਵਕਰ ਹੈ, ਠੀਕ ਹੈ। ਦੁਬਾਰਾ ਮੈਂ ਰਿਪੀਟ ਕਰਦਾ, ਦੋ ਤਰ੍ਹਾਂ ਅਸੀਂ ਦੇਖਣਾ ਹੈ ਵਕਰ ਨੂੰ। ਇੱਕ ਤਾਂ ਦੇਖਣਾ ਕਿ ਜਿਹੜੀ ਰੇਖਾ ਹੈ ਇਹ ਆਪਸ, ਇਹਨਾਂ ਦੇ ਸਿਰੇ ਜਿਹੜੇ ਉਹ ਆਪਸ ਜੁੜੇ ਹੋਏ ਨੇ ਜਾਂ ਨਹੀਂ। ਜੇ ਤਾਂ ਸਿਰੇ ਆਪਸ ਜੁੜ ਗਏ ਨੇ ਫਿਰ ਇਹਨੂੰ ਅਸੀਂ ਬੰਦ ਵਕਰ ਬੋਲਦੇ ਹਾਂ। ਜੇ ਸਿਰੇ ਐਵੇਂ ਖੁੱਲ੍ਹੇ ਨੇ ਜਿਵੇਂ ਇਹਨਾਂ ਦੋਨਾਂ ਦੇ ਵਿੱਚ ਹੈ, ਫਿਰ ਇਹਨਾਂ ਨੂੰ ਅਸੀਂ ਖੁੱਲ੍ਹੀ ਵਕਰ ਬੋਲਦੇ ਹਾਂ, ਬੰਦ ਵਕਰ। ਇਹਨਾਂ ਨੂੰ ਬੰਦ ਆਪਾਂ ਨਹੀਂ ਕਹਿੰਦੇ, ਠੀਕ ਹੈ। ਦੂਸਰਾ ਹੈ ਕਿ ਜੇ ਵਕਰ ਜਿਹੜੀ ਇਹ ਰੇਖਾ ਹੈ, ਕਰਵ ਹੈ, ਇਹ ਆਪਣੇ ਆਪ ਨੂੰ ਹੀ ਕੱਟ ਕਰਦੀ ਹੈ ਵਿੱਚ ਕਿਤੇ, ਆਪਣੇ ਆਪ ਨੂੰ ਹੀ ਐਵੇਂ ਜਿਵੇਂ ਇੱਥੇ ਕ੍ਰੋਸ ਕਰਕੇ ਜਾ ਰਹੀ ਹੈ, ਤਾਂ ਇਹਨੂੰ ਅਸੀਂ ਬੋਲਦੇ ਹਾਂ ਕਿ ਸਧਾਰਨ ਨਹੀਂ ਹੈ, ਠੀਕ ਹੈ। ਜੇ ਕਿਤੇ ਵੀ ਕੱਟ ਨਹੀਂ ਕਰਦੀ ਫਿਰ ਅਸੀਂ ਇਹਨੂੰ ਬੋਲਦੇ ਹਾਂ ਕਿ ਸਾਡੇ ਕੋਲ ਸਧਾਰਨ ਵਕਰ ਹੈ, ਜਿਵੇਂ ਇਹ ਹੈ ਔਰ ਇਹ ਹੈ, ਠੀਕ ਹੈ। ਤਾਂ ਹੁਣ ਇਸ ਡਾਇਗਰਾਮ ਦੇ ਵਿੱਚ ਸਾਡੇ ਕੋਲ ਦੋ ਜਿਹੜੇ ਕਾਲਮ ਦਿੱਤੇ ਹੋਏ ਨੇ, ਇੱਧਰ ਸਾਡੇ ਕੋਲ ਇਹ ਚਾਰ ਵਕਰਾਂ ਬਣਾਈਆਂ ਹੋਈਆਂ ਨੇ ਔਰ ਉਹਨਾਂ ਦੇ ਸਾਹਮਣੇ ਲਿਖਿਆ ਹੋਇਆ ਕਿ ਵਕਰ ਕਿਵੇਂ ਦੀ ਹੈ। ਅਸੀਂ ਇਹ ਪਛਾਣਨਾ ਹੈ ਇਹਦੇ ਵਿੱਚੋਂ ਕਿ ਕਿਸ ਵਕਰ ਦਾ ਕਿਹੜੇ ਕਥਨ ਦੇ ਨਾਲ ਮੇਲ ਹੋ ਸਕਦਾ ਹੈ। ਜਿੱਦਾਂ ਹੁਣ ਇਹ ਸਾਡੇ ਕੋਲ ਪਹਿਲੀ ਵਕਰ ਹੈ, ਪਹਿਲੀ ਵਕਰ ਸਾਨੂੰ ਦੇਖਣ 'ਚ ਪਤਾ ਹੈ ਕਿ ਇੱਕ ਤਾਂ ਇਹ ਖੁੱਲ੍ਹੀ ਵਕਰ ਹੈ, ਬੰਦ ਵਕਰ ਨਹੀਂ ਹੈ। ਦੂਸਰਾ ਇਹ ਸਧਾਰਨ ਵਕਰ ਹੈ ਕਿਉਂਕਿ ਇਹ ਆਪਣੇ ਆਪ ਨੂੰ ਹੀ ਕਿਤੇ ਕੱਟ ਨਹੀਂ ਕਰ ਰਹੀ। ਤਾਂ ਇਹ ਬੰਦ ਵੀ ਹੈ ਤੇ ਸਧਾਰਨ ਵੀ ਹੈ। ਤਾਂ ਇਹ ਖੁੱਲ੍ਹੀ ਹੈ, ਬੰਦ ਨਹੀਂ ਹੈ, ਪਰ ਸਧਾਰਨ ਵਕਰ ਹੈ। ਤਾਂ ਇਹਦੇ ਵਿੱਚ ਇਹ ਦੇਖੋ ਸਾਡੇ ਕੋਲ ਸੀ ਜਿਹੜਾ ਹੈ ਉਹ ਕੀ ਕਹਿ ਰਿਹਾ ਕਿ ਸਧਾਰਨ ਵਕਰ ਜੋ ਕਿ ਬੰਦ ਨਹੀਂ ਹੈ। ਇਹਦਾ ਮਤਲਬ ਇਹ ਪਹਿਲਾ ਜਿਹੜਾ ਸਾਡੇ ਕੋਲ ਵਕਰ ਹੈ ਉਹਦੇ ਬਾਰੇ ਕਥਨ ਇਹ ਸੀ ਜਿਹੜਾ ਉਹ ਦੱਸ ਰਿਹਾ। ਤਾਂ ਪਹਿਲੇ ਦਾ ਉੱਤਰ ਸਾਡੇ ਕੋਲ ਕੀ ਹੋ ਗਿਆ? ਸੀ। ਇਹਦੇ ਪਿੱਛੇ ਆਪਾਂ ਇੱਕ ਲਿਖ ਦਿੱਤਾ ਜਾਂ ਆਪਾਂ ਇੱਥੇ ਇਹਨੂੰ ਮਿਲਾ ਲੈਣੇ ਹੁੰਦੇ ਹਾਂ, ਠੀਕ ਹੈ। ਤਾਂ ਦੂਸਰੀ ਜਿਹੜੀ ਵਕਰ ਹੈ ਇਹ ਸਾਡੇ ਕੋਲ ਦੇਖੋ ਹੁਣ ਇਹ ਖੁੱਲ੍ਹੀ ਵਕਰ ਹੈ ਕਿਉਂਕਿ ਇਹਦੇ ਦੋਨੋਂ ਸਿਰੇ ਜਿਹੜੇ ਉਹ ਖੁੱਲ੍ਹੇ ਨੇ ਔਰ ਦੂਸਰਾ ਇੱਕ ਦੂਜੇ ਆਪਣੇ ਹੀ ਆਪ ਨੂੰ ਕੱਟ ਵੀ ਰਹੀ ਹੈ, ਇਸ ਕਰਕੇ ਸਧਾਰਨ ਵਕਰ ਨਹੀਂ ਹੈਗੀ। ਤਾਂ ਦੇਖਦੇ ਹਾਂ ਅਸੀਂ ਇਹਦੇ ਵਿੱਚ ਕਿਹੜਾ ਕਥਨ ਜਿਹੜਾ ਇਹਨੂੰ ਦਰਸਾਏਗਾ। ਸਧਾਰਨ ਵਕਰ ਨਹੀਂ ਹੈ, ਇਹ ਦੱਸ ਰਿਹਾ ਨਾ, ਕਿਉਂਕਿ ਇਹ ਸਧਾਰਨ ਬੰਦ ਵਕਰ ਹੈ, ਇਹ ਬੰਦ ਨਹੀਂ ਹੈ। ਸਧਾਰਨ ਬੰਦ ਵਕਰ ਜੋ ਸਧਾਰਨ ਨਹੀਂ ਹੈ, ਨਹੀਂ, ਇਹ ਵੀ ਨਹੀਂ। ਤਾਂ ਇਹ ਜਿਹੜਾ ਹੈ ਬੀ ਦੂਜੇ ਦਾ ਸਹੀ ਜਿਹੜਾ ਆਨਸਰ ਹੈ ਉਹ ਕਥਨ ਡੀ ਜਿਹੜਾ ਉਹ ਦਰਸਾ ਰਿਹਾ ਹੈ ਕਿ ਜਿਹੜੀ ਵਕਰ ਹੈ ਸਾਡੇ ਕੋਲ ਸਧਾਰਨ ਨਹੀਂ ਹੈ, ਹੈਗੀ ਖੁੱਲ੍ਹੀ ਹੈ, ਬੰਦ ਨਹੀਂ ਹੈ, ਠੀਕ ਹੈ। ਉਸ ਤੋਂ ਬਾਅਦ ਤੀਜਾ ਸਾਡੇ ਕੋਲ ਹੈ ਚੱਕਰ ਦਿੱਤਾ ਹੋਇਆ। ਹੁਣ ਇਹ ਦੇਖੋ ਤਾਂ ਇੱਕ ਤਾਂ ਬੰਦ ਹੈ ਕਿਉਂਕਿ ਇਹਦੇ ਸਿਰੇ ਆਪਾਂ ਕਿਤੇ ਨਹੀਂ ਦੇਖ ਸਕਦੇ ਨਾ, ਇੱਕ ਤਾਂ ਇਹ ਬੰਦ ਹੈ, ਦੋਨੋਂ ਸਿਰੇ ਦੇ ਮਿਲੇ ਹੋਏ ਨੇ। ਦੂਸਰਾ ਇਹ ਇੱਕ ਦੂਸਰੇ ਆਪਣੇ ਆਪ ਨੂੰ ਕਿਤੇ ਵੀ ਕੱਟ ਨਹੀਂ ਕਰ ਰਹੀ। ਤਾਂ ਇਹ ਬੰਦ ਵੀ ਹੈ ਤੇ ਸਧਾਰਨ ਵਕਰ ਵੀ ਹੈ। ਤਾਂ ਇਹਦੇ ਵਿੱਚ ਆਪਾਂ ਚੈੱਕ ਕਰਦੇ ਹਾਂ, ਇਹ ਸਾਡੇ ਕੋਲ ਪਹਿਲਾ ਹੋ ਗਿਆ, ਇਹ ਸਧਾਰਨ ਬੰਦ ਵਕਰ ਹੈ। ਤਾਂ ਇਹ ਸਧਾਰਨ ਹੈ ਕਿਉਂਕਿ ਆਪਣੇ ਆਪ ਨੂੰ ਕ੍ਰੋਸ ਨਹੀਂ ਕਰ ਰਹੀ ਔਰ ਬੰਦ ਹੈ ਕਿਉਂਕਿ ਇਹਦੇ ਸਿਰੇ ਸਾਨੂੰ ਇੱਥੇ ਖੁੱਲ੍ਹੇ ਨਹੀਂ ਦਿਸ ਰਹੇ। ਤਾਂ ਤੀਜੇ ਦਾ ਜਿਹੜਾ ਕਥਨ ਹੈ ਉਹ ਇਹ ਜਿਹੜਾ ਤੀਜੇ ਨੂੰ ਦਰਸਾ ਰਿਹਾ। ਇਸ ਵਾਰ ਚੌਥਾ ਸਾਡੇ ਕੋਲ ਬਚ ਗਿਆ ਹੈ। ਇਹ ਦੇਖੋ ਹੁਣ ਵੈਸੇ ਤਾਂ ਵਕਰ ਜਿਹੜੀ ਬੰਦ ਹੈ ਕਿਉਂਕਿ ਇਹਦੇ ਸਿਰੇ ਕਿਤੇ ਵੀ ਖੁੱਲ੍ਹੇ ਨਹੀਂ ਹੈਗੇ, ਠੀਕ ਹੈ। ਇਹ ਵਾਲੇ ਸਿਰੇ ਜਿਹੜੇ ਆ ਇਹਦੇ ਖੁੱਲ੍ਹੇ ਨਹੀਂ ਹੈਗੇ, ਜੁੜੇ ਹੋਏ ਨੇ, ਪਰ ਇਹ ਬੰਦ ਹੈ
ਪਰ ਇਹ ਆਪਣੇ ਆਪ ਨੂੰ ਕੱਟ ਕਰਦੀ ਪਈ ਹੈ। ਇੱਥੇ ਜੇ ਆਪਾਂ ਸ਼ੁਰੂ ਕਰੀਏ ਤਾਂ ਇਹ ਆਪਣੇ ਆਪ ਨੂੰ ਕ੍ਰੋਸ ਕਰਕੇ ਇੱਧਰ ਜਾ ਰਹੀ ਹੈ, ਠੀਕ ਹੈ। तो ਇਹ ਸਧਾਰਨ ਵਕਰ ਨਹੀਂ ਹੈ। तो बी ਜਿਹੜਾ ਉਹ ਚੌਥੇ ਦਾ ਕਥਨ ਹੈ, ਬੰਦ ਵਕਰ ਜੋ ਕਿ ਸਧਾਰਨ ਨਹੀਂ ਹੈ। ਬੰਦ ਹੈ ਪਰ ਸਧਾਰਨ ਨਹੀਂ ਹੈ, ਠੀਕ ਹੈ। तो ਇਹ ਸਾਡੇ ਕੋਲ ਸਭ ਤੋਂ ਮੁੱਢਲੀ ਜਾਣਕਾਰੀ ਸੀ ਕਿ ਕਿਸੇ ਵੀ ਵਕਰ ਦੇ ਵਿੱਚ ਉਹਨੂੰ ਆਪਾਂ ਕਦੋਂ ਕਹਿੰਦੇ ਆ ਕਿ ਉਹ ਬੰਦ ਹੈ ਔਰ ਕਦੋਂ ਕਹਿੰਦੇ ਆ ਕਿ ਉਹ ਸਧਾਰਨ ਹੈ ਜਾਂ ਸਧਾਰਨ ਨਹੀਂ ਹੈ, ਠੀਕ ਹੈ। ਆਓ ਇਸ ਤੋਂ ਬਾਅਦ ਅਸੀਂ ਅੱਗੇ ਦੇਖਦੇ ਹਾਂ। ਅਗਲਾ ਹੈ ਸਾਡੇ ਕੋਲ ਬਹੁਭੁਜ, ਜਿਹਨੂੰ ਪੋਲੀਗਨ ਅਸੀਂ ਬੋਲਦੇ ਹਾਂ। ਸਿਰਫ ਰੇਖਾ ਖੰਡਾਂ ਨਾਲ ਬਣੀ ਸਧਾਰਨ ਵਕਰ ਨੂੰ ਬਹੁਭੁਜ ਕਹਿੰਦੇ ਹਨ, ਠੀਕ ਹੈ। ਹੁਣ ਇਹ ਜਿੱਦਾਂ ਜਿਹੜੀਆਂ ਚਾਰ ਤੁਸੀਂ ਆਕ੍ਰਿਤੀਆਂ ਦੇਖ ਰਹੇ ਹੋ, ਇਹ ਵਕਰ ਹੈ ਸਾਡੇ ਕੋਲ, ਕਰਵਸ ਹੈਗੀਆਂ ਨੇ। ਇਹ ਇੱਕ ਤਾਂ ਸਧਾਰਨ ਨੇ ਕਿਉਂਕਿ ਆਪਣੇ ਆਪ ਨੂੰ ਕਿਤੇ ਵੀ ਕੱਟ ਨਹੀਂ ਕਰ ਰਹੀਆਂ। ਦੂਸਰਾ, ਇਹ ਆਪਣੇ ਆਪ ਨੂੰ ਕਿਤੇ ਵੀ ਕੱਟ ਨਹੀਂ ਕਰ ਰਹੀਆਂ, ਕ੍ਰੋਸ ਨਹੀਂ ਕਰ ਰਹੀਆਂ। ਦੂਸਰਾ, ਇਹ ਬੰਦ ਨੇ, ਇਹਨਾਂ ਦੇ ਸਿਰੇ ਜਿਹੜੇ ਉਹ ਖੁੱਲੇ ਨਹੀਂ ਹੈਗੇ। ਤਾਂ ਇਹ ਜਿਹੜੀ ਵਕਰ, ਇਸ ਤਰ੍ਹਾਂ ਦੀ ਵਕਰ ਜਿਹੜੀ ਕਿ ਕੀ ਹੋਵੇ, ਸਧਾਰਨ ਵੀ ਹੋਵੇ ਤੇ ਬੰਦ ਵੀ ਹੋਵੇ, ਉਹਨੂੰ ਅਸੀਂ ਬਹੁਭੁਜ ਕਹਿੰਦੇ ਹਾਂ, ਠੀਕ ਹੈ। ਸਧਾਰਨ ਵੀ ਹੋਵੇ ਤੇ ਬੰਦ ਵੀ ਹੋਵੇ ਔਰ ਉਹ ਬਣੀ ਕਿਹਦੇ ਨਾਲ ਹੋਵੇ, ਸਿਰਫ ਰੇਖਾ ਖੰਡਾਂ ਦੇ ਨਾਲ ਬਣੀ ਹੋਵੇ। ਲਾਈਨ ਸੈਗਮੈਂਟਸ ਮਤਲਬ ਸਿੱਧੀਆਂ ਰੇਖਾਵਾਂ ਦੇ ਨਾਲ ਬਣੀ ਹੋਵੇ। ਅਗਰ ਸਾਡੇ ਕੋਲ ਇਸ ਤਰ੍ਹਾਂ ਕੁਛ ਆ ਜਾਂਦਾ ਹੈ, ਇਹ ਬਣਿਆ ਹੋਇਆ ਇੱਥੇ ਤੇ ਇਹ ਇਵੇਂ, ਇਹਨੂੰ ਅਸੀਂ ਬਹੁਭੁਜ ਨਹੀਂ ਕਹਾਂਗੇ, ਠੀਕ ਹੈ, ਕਿਉਂਕਿ ਇਹ ਬੰਦ ਹੈ, ਬਿਲਕੁਲ ਬੰਦ ਹੈ। ਇਹ ਸਧਾਰਨ ਹੈ, ਬਿਲਕੁਲ ਸਧਾਰਨ ਹੈ, ਪਰ ਇਹ ਰੇਖਾ ਖੰਡਾਂ ਦੇ ਨਾਲ ਨਹੀਂ ਬਣੀ। ਇਹ ਤਾਂ ਸਾਡੇ ਕੋਲ ਰੇਖਾ ਖੰਡ ਹੈ, ਪਰ ਇਹ ਵਾਲੀ ਸਾਈਡ ਜਿਹੜੀ ਉਹ ਰੇਖਾ ਖੰਡ ਨਹੀਂ ਹੈ, ਗੋਲਾਕਾਰ ਥੋੜੀ ਹੈ, ਠੀਕ ਹੈ ਨਾ। ਤਾਂ ਇਹ ਬਹੁਭੁਜ ਨਹੀਂ ਹੋਏਗੀ। ਬਹੁਭੁਜ ਹੋਣ ਦੇ ਲਈ, ਪੋਲੀਗਨ ਹੋਣ ਦੇ ਲਈ ਕੀ ਚੀਜ਼ਾਂ ਜ਼ਰੂਰੀ ਨੇ? ਜਿਹੜੀ ਵਕਰ ਹੈ ਉਹ ਸਾਡੇ ਕੋਲ ਬੰਦ ਹੋਣੀ ਚਾਹੀਦੀ ਹੈ, ਸਧਾਰਨ ਹੋਣੀ ਚਾਹੀਦੀ ਹੈ ਤੇ ਸਿਰਫ ਰੇਖਾ ਖੰਡਾਂ ਦੇ ਨਾਲ ਬਣੀ ਹੋਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਇਹ ਕੁਝ ਆਕ੍ਰਿਤੀਆਂ ਹੈਗੀਆਂ ਨੇ ਜਿਹੜੀਆਂ ਵਕਰ ਤਾਂ ਹੈਗੀਆਂ ਨੇ, ਇਹ ਵਕਰਾਂ ਬਹੁਭੁਜ ਨਹੀਂ ਨੇ। ਕਿਉਂ ਨਹੀਂ ਨੇ? ਇਹ ਤੁਸੀਂ ਦੇਖ ਸਕਦੇ ਹੋ, ਇਹ ਸਧਾਰਨ ਵਕਰ ਨਹੀਂ ਹੈ, ਇੱਕ ਦੂਜੇ ਨੂੰ ਇੱਥੇ ਕੱਟ ਕਰਦੀ ਪਈ। ਦੂਸਰੇ ਇਹਦੇ ਸਿਰੇ ਵੀ ਖੁੱਲੇ ਨੇ, ਬੰਦ ਵੀ ਨਹੀਂ ਹੈ, ਇਸ ਕਰਕੇ ਇਹ ਸਾਡੇ ਕੋਲ ਬਹੁਭੁਜ ਨਹੀਂ ਹੈ। ਇਹ ਸਾਡੇ ਕੋਲ ਹੈ ਤਾਂ ਬੰਦ, ਪਰ ਇਹ ਸਧਾਰਨ ਨਹੀਂ ਹੈ ਕਿਉਂਕਿ ਇਹ ਆਪਣੇ ਆਪ ਨੂੰ ਹੀ ਇੱਥੇ ਕ੍ਰੋਸ ਕਰਦੀ ਪਈ ਹੈ, ਇਸ ਲਈ ਇਹ ਸਾਡੇ ਕੋਲ ਸਧਾਰਨ ਨਹੀਂ ਹੈ, ਤਾਂ ਇਹ ਵੀ ਬਹੁਭੁਜ ਨਹੀਂ ਹੈ। ਉਸ ਤੋਂ ਬਾਅਦ ਇਹ ਜਿਹੜੀ ਆਕ੍ਰਿਤੀ ਹੋਣੀ, ਆਕ੍ਰਿਤੀ ਵੈਸੇ ਤਾਂ ਰੇਖਾ ਖੰਡਾਂ ਦੇ ਨਾਲ ਬਣੀ ਹੋਈ ਸੀ, ਠੀਕ ਹੈ, ਰੇਖਾ ਖੰਡਾਂ ਨਾਲ ਬਣੀ ਹੋਈ ਸੀ, ਬੰਦ ਵੀ ਸੀ ਪਰ ਸਧਾਰਨ ਨਹੀਂ ਸੀ, ਠੀਕ ਹੈ। ਇਹ ਵੀ ਰੇਖਾ ਖੰਡਾਂ ਦੇ ਨਾਲ ਬਣੀ ਹੋਈ ਸੀ ਪਰ ਇਹ ਬੰਦ ਨਹੀਂ ਸੀ, ਠੀਕ ਹੈ, ਇਸ ਕਰਕੇ ਤੇ ਸਧਾਰਨ ਵੀ ਨਹੀਂ ਸੀ। ਔਰ ਇਹ ਵਾਲੇ ਜਿਹੜੀ ਆਕ੍ਰਿਤੀ ਹੈ ਸਾਡੇ ਕੋਲ, ਇਹ ਆਪਾਂ ਦੇਖ ਸਕਦੇ ਹਾਂ ਬੰਦ ਨਹੀਂ ਹੈ, ਹੈ ਨਾ, ਕਿਉਂਕਿ ਇਹਨਾਂ ਦੇ ਦੋਨੋਂ ਸਿਰੇ ਜਿਹੜੇ ਉਹ ਖੁੱਲੇ ਨੇ। ਇਹ ਬੰਦ ਨਹੀਂ ਹੈ, ਇਸ ਕਰਕੇ ਇਹ ਸਾਡੇ ਕੋਲ ਹੈ, ਇਹ ਰੇਖਾ ਖੰਡਾਂ ਦੇ ਨਾਲ ਬਣੀ ਹੋਈ ਔਰ ਸਧਾਰਨ ਵੀ ਹੈ, ਪਰ ਬੰਦ ਨਹੀਂ ਹੈ, ਇਸ ਕਰਕੇ ਇਹਨੂੰ ਵੀ ਅਸੀਂ ਬਹੁਭੁਜ ਨਹੀਂ ਕਹਿ ਸਕਦੇ, ਠੀਕ ਹੈ। ਤਾਂ ਬਹੁਭੁਜ ਦੀ ਨਿਸ਼ਾਨੀ ਸਾਡੇ ਕੋਲ ਕੀ ਹੋਗੀ? ਬੰਦ ਆਕ੍ਰਿਤੀ ਜਿਹੜੀ ਕਿ ਸਧਾਰਨ ਹੋਵੇ ਤੇ ਸਿਰਫ ਰੇਖਾ ਖੰਡਾਂ ਦੇ ਨਾਲ ਬਣੀ ਹੋਵੇ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਬਹੁਭੁਜਾਂ ਦੇ ਵਰਗੀਕਰਨ ਦੇ ਬਾਰੇ ਕਿ ਕਿਸ ਤਰ੍ਹਾਂ ਦੀਆਂ ਬਹੁਭੁਜਾਂ ਸਾਡੇ ਕੋਲ ਹੋ ਸਕਦੀਆਂ ਨੇ। ਬਹੁਭੁਜਾਂ ਦਾ ਮਤਲਬ ਇਹ ਹੁੰਦਾ ਬਹੁਤ, ਜਿਹਦੇ 'ਚ ਬਹੁਤ ਭੁਜਾਵਾਂ ਹੋਣ, ਭਾਵ 2 ਤੋਂ ਜ਼ਿਆਦਾ, ਠੀਕ ਹੈ, ਭੁਜਾਵਾਂ ਹੁਣ ਸਾਡੇ ਕੋਲ 3 4 5 6 7 8 ਜਿੰਨੀਆਂ ਵੀ ਰੇਖਾ ਖੰਡਾਂ ਦੇ ਨਾਲ ਬਣੀ ਕੋਈ ਬੰਦ ਸਧਾਰਨ ਆਕ੍ਰਿਤੀ ਹੋਵੇ, ਉਹਨੂੰ ਅਸੀਂ ਬਹੁਭੁਜ ਕਹਿੰਦੇ ਹਾਂ, ਠੀਕ ਹੈ। ਤਾਂ ਉਹਨਾਂ ਦੇ ਕੁਝ ਜਿਹੜੀਆਂ ਉਦਾਹਰਨਾਂ ਇਹ ਸਾਡੇ ਕੋਲ ਹੈਗੀਆਂ ਨੇ। ਜਿੱਦਾਂ ਅਗਰ ਸਾਡੇ ਕੋਲ ਭੁਜਾਵਾਂ ਦੀ ਗਿਣਤੀ ਜਿਹੜੀ 3 ਹੋਵੇ, ਜਦੋਂ ਕਿਸੇ ਵੀ ਆਕ੍ਰਿਤੀ ਦੇ ਵਿੱਚ ਸਾਡੇ ਕੋਲ ਬਹੁਭੁਜ ਦੇ ਵਿੱਚ ਭੁਜਾਵਾਂ ਦੀ ਗਿਣਤੀ 3 ਹੈ ਤਾਂ ਉਹਦੇ ਜਿਹੜੇ ਸਿਖਰਾਂ ਦੀ ਗਿਣਤੀ ਵੀ ਸਾਡੇ ਕੋਲ 3 ਹੀ ਹੁੰਦੀ ਹੈ। ਜਿੱਦਾਂ ਇਹ 3 ਭੁਜਾਵਾਂ ਨੇ ਬੰਦ, ਤਾਂ ਇਹ ਇਹਦੇ ਸਿਖਰ ਨੇ 3, ਠੀਕ ਹੈ। ਜਿੱਥੇ 2 ਭੁਜਾਵਾਂ ਆਪਸ ਮਿਲਦੀਆਂ ਨੇ ਉਹਨਾਂ ਨੂੰ ਅਸੀਂ ਸਿਖਰ ਬੋਲਦੇ ਹਾਂ ਜਾਂ ਵਰਟੈਕਸ ਬੋਲਦੇ ਹਾਂ, ਵਰਟਸਿਸ ਬੋਲਦੇ ਹਾਂ, ਠੀਕ ਹੈ। ਸਿੰਗੂਲਰ ਜਿਹੜਾ ਵਰਟੈਕਸ ਹੈ ਇੱਕ ਨੂੰ, ਤਿੰਨਾਂ ਨੂੰ ਅਸੀਂ ਵਰਟਸਿਸ ਬੋਲਦੇ ਹਾਂ। ਤੋ ਭੁਜਾਵਾਂ ਅਗਰ ਸਾਡੇ ਕੋਲ 3 ਨੇ ਤਾਂ ਇਹਨੂੰ ਅਸੀਂ ਤ੍ਰਿਭੁਜ ਕਹਿੰਦੇ ਹਾਂ। ਅਗਰ ਭੁਜਾਵਾਂ ਦੀ ਗਿਣਤੀ ਸਾਡੇ ਕੋਲ 4 ਹੋ ਜਾਂਦੀ ਹੈ ਜਾਂ ਸਿਖਰਾਂ ਦੀ ਗਿਣਤੀ 4 ਹੋ ਜਾਂਦੀ ਹੈ, ਉਹਨੂੰ ਅਸੀਂ ਚਤੁਰਭੁਜ ਕਹਿੰਦੇ ਹਾਂ, ਠੀਕ ਹੈ। ਇਹਦੇ 'ਚ 4 ਭੁਜਾਵਾਂ ਨੇ। ਇਸੇ ਤਰ੍ਹਾਂ ਸਾਡੇ ਕੋਲ 5 ਭੁਜਾਵਾਂ ਦੇ ਵਿੱਚ 5 ਭੁਜ, 6 ਭੁਜ, 7 ਭੁਜ, 8 ਭੁਜ, ਇਹਦੇ 'ਚ 8 ਭੁਜਾਵਾਂ ਨੇ, 8 ਰੇਖਾ ਖੰਡਾਂ ਦੇ ਨਾਲ ਬਣੀ ਬੰਦ ਸਧਾਰਨ ਆਕ੍ਰਿਤੀ ਹੈ, ਤਾਂ ਇਹ 8 ਭੁਜ ਹੈ, ਠੀਕ ਹੈ। 9 ਭੁਜ ਹੈ, ਤਾਂ ਇਸੇ ਢੰਗ ਦੇ ਨਾਲ ਅੱਗੇ ਵੀ ਸਾਡੇ ਕੋਲ ਇਹ ਗਿਣਤੀ ਜਿਹੜੀ ਉਹ ਚੱਲਦੀ ਜਾਂਦੀ ਹੈ, ਠੀਕ ਹੈ। 10 ਭੁਜ ਜਾਂ ਜਿੰਨੀਆਂ ਵੀ ਸਾਡੇ ਕੋਲ ਭੁਜਾਵਾਂ ਇਹਦੀਆਂ ਹੋ ਸਕਦੀਆਂ ਨੇ, ਠੀਕ ਹੈ। ਤਾਂ ਬਹੁਭੁਜ ਦਾ ਮਤਲਬ ਹੈ ਇਹਦੇ 'ਚ ਭੁਜਾਵਾਂ 3 ਜਾਂ 3 ਤੋਂ ਵੱਧ ਕੁਝ ਵੀ ਹੋ ਸਕਦੀਆਂ ਨੇ, ਠੀਕ ਹੈ। ਇਸ ਤੋਂ ਬਾਅਦ ਸਾਡੇ ਕੋਲ ਅਗਲੀ ਜਿਹੜੀ ਗੱਲ ਆਉਂਦੀ ਉਹ ਆਉਂਦੀ ਹੈ ਵਿਕਰਨ। ਵਿਕਰਨ ਨੂੰ ਅਸੀਂ ਡਾਇਗਨਲ ਬੋਲਦੇ ਇੰਗਲਿਸ਼ ਦੇ ਵਿੱਚ, ਠੀਕ ਹੈ। ਤਾਂ ਵਿਕਰਨ ਹੁੰਦਾ ਕੀ ਹੈ? ਕਿਸੇ ਬਹੁਭੁਜ ਦਾ ਵਿਕਰਨ ਉਸਦੇ ਕੋਈ 2 ਸਿਖਰਾਂ, ਲਾਗਵੇਂ ਸਿਖਰਾਂ ਨੂੰ ਛੱਡ ਕੇ ਨੂੰ ਜੋੜਨ ਨਾਲ ਪ੍ਰਾਪਤ ਰੇਖਾ ਖੰਡ ਹੁੰਦਾ ਹੈ, ਠੀਕ ਹੈ। ਜਿੱਦਾਂ ਹੁਣ ਇਹ ਸਾਡੇ ਕੋਲ ਇੱਕ ਆਕ੍ਰਿਤੀ ਦਿੱਤੀ ਹੋਈ ਹੈ, ਇਹਦੀਆਂ ਕਿੰਨੀਆਂ ਭੁਜਾਵਾਂ ਨੇ? 1 2 3 ਤੇ 4 ਭੁਜਾਵਾਂ ਨੇ। ਸਾਡੇ ਕੋਲ ਰੈਕਟੈਂਗਲ ਦੀ ਸ਼ੇਪ ਲੱਗਦੀ ਹੈ, ਆਇਤ ਲੱਗਦਾ ਹੈ। ਤਾਂ ਇਹਦੇ ਵਿੱਚ ਜੇ ਅਸੀਂ ਇਹ ਵਾਲਾ ਵਰਟੈਕਸ P ਜਿਹੜਾ ਹੈ, ਸਿਖਰ R, ਇਹਨੂੰ ਅਸੀਂ ਅਗਰ ਜੁਆਇਨ ਕਰਦੇ ਹਾਂ, ਮਿਲਾ ਦਿੰਦੇ ਹਾਂ, ਤਾਂ ਇਹ ਸਾਡੇ ਕੋਲ ਇਹਦਾ ਇੱਕ ਵਿਕਰਨ ਬਣ ਜਾਂਦਾ ਇਸ ਆਕ੍ਰਿਤੀ ਦਾ, ਠੀਕ ਹੈ। ਇਹਨਾਂ ਨੂੰ ਅਸੀਂ ਮਿਲਾਉਂਦੇ ਹਾਂ ਤੇ ਦੂਜਾ ਵਿਕਰਨ ਬਣ ਜਾਂਦਾ ਹੈ, ਠੀਕ ਹੈ। ਲਾਗਵੇਂ ਸਿਖਰਾਂ ਨੂੰ ਅਸੀਂ ਨਹੀਂ ਮਿਲਾ ਸਕਦੇ, ਇਹਨਾਂ ਨੂੰ ਮਿਲਾਵਾਂਗੇ ਉਹ ਤਾਂ ਭੁਜਾ ਹੀ ਬਣ ਜਾਏਗੀ ਸਾਡੇ ਕੋਲ ਦੁਬਾਰਾ। ਲਾਗਵੇਂ ਸਿਖਰਾਂ ਜਿਹੜੇ ਨਾਲ ਵਾਲੇ ਬਿਲਕੁਲ ਹੁੰਦੇ ਆ ਉਹਨਾਂ ਨੂੰ ਛੱਡ ਕੇ
ਜਿਹੜਾ ਦੂਸਰਾ ਸਿਖਰ ਸਾਡੇ ਕੋਲ ਸਾਹਮਣੇ ਵਾਲਾ ਹੈ ਉਹਨੂੰ ਅਸੀਂ ਮਿਲਾਵਾਂਗੇ ਤਾਂ ਇਹ ਸਾਡੇ ਕੋਲ ਵਿਕਰਨ ਬਣਦਾ ਹੈ। ਠੀਕ ਹੈ, ਤਾਂ ਇਸ ਡਾਇਗਰਾਮ ਦੇ ਵਿੱਚ ਸਾਡੇ ਕੋਲ 2 ਵਿਕਰਨ ਬਣ ਗਏ ਨੇ। ਇਸੇ ਤਰ੍ਹਾਂ ਇਹ ਸਾਡੇ ਕੋਲ ਇੱਕ ਪੰਜਭੁਜ ਹੈ, 1 2 3 4 5। ਠੀਕ ਹੈ, ਤਾਂ ਪੰਜਭੁਜ ਦੇ ਵਿੱਚ A ਨੂੰ ਜੋ ਮੈਂ ਮਿਲਾਉਣਾ ਚਾਹਾਂ, ਜਿਵੇਂ ਇਹਦੇ ਵਿੱਚ ਮਿਲਾਇਆ ਗਿਆ ਹੈ, ਤਾਂ A ਨੂੰ C ਦੇ ਨਾਲ ਮਿਲਾਇਆ ਜਾ ਸਕਦਾ ਹੈ। ਇਹ ਸਾਡੇ ਕੋਲ ਇਹਦਾ ਇੱਕ ਵਿਕਰਨ ਬਣ ਜਾਏਗਾ। ਫਿਰ A ਨੂੰ D ਨਾਲ ਮਿਲਾਇਆ ਗਿਆ ਹੈ, ਦੂਜਾ ਵਿਕਰਨ ਬਣ ਜਾਏਗਾ। ਇਸੇ ਤਰ੍ਹਾਂ B ਨੂੰ E ਦੇ ਨਾਲ, ਇਹ ਤੀਜਾ ਵਿਕਰਨ, B ਨੂੰ D ਦੇ ਨਾਲ ਚੌਥਾ ਵਿਕਰਨ। ਠੀਕ ਹੈ, B ਚੌਥਾ ਵਿਕਰਨ ਹੈ। C ਨੂੰ E ਦੇ ਨਾਲ ਮਿਲਾਇਆ ਗਿਆ, ਉਹ ਪੰਜਵਾਂ ਵਿਕਰਨ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਅਲੱਗ-ਅਲੱਗ ਆਕਿਰਤੀਆਂ ਦੇ ਵਿੱਚ ਜਿਨ੍ਹਾਂ ਦੇ ਰੇਖਾ ਖੰਡਾਂ ਦੀ ਭੁਜਾਵਾਂ ਦੀ ਗਿਣਤੀ ਅਲੱਗ ਹੈ, ਉਹਨਾਂ ਦੇ ਵਿੱਚ ਵਿਕਰਨਾਂ ਦੀ ਗਿਣਤੀ ਵੀ ਜਿਹੜੀ ਉਹ ਅਲੱਗ ਹੋ ਜਾਂਦੀ। ਜਿਵੇਂ ਇਹਦੇ 'ਚ ਸਿਰਫ ਵਿਕਰਨ ਆਪਾਂ 2 ਖਿੱਚ ਪਾਏ ਸੀ, ਔਰ ਇਸ ਕੇਸ ਤੁਸੀਂ ਦੇਖ ਸਕਦੇ ਹੋ ਕਿ ਵਿਕਰਨਾਂ ਦੀ ਗਿਣਤੀ ਜਿਹੜੀ ਉਹ ਸਾਡੇ ਕੋਲ 2 ਤੋਂ ਜ਼ਿਆਦਾ ਹੈ, 5 ਹੈ। ਠੀਕ, ਇਸੇ ਢੰਗ ਦੇ ਨਾਲ ਇਹ ਸਾਡੇ ਕੋਲ ਇੱਕ ਆਕਿਰਤੀ ਹੈ। ਠੀਕ ਹੈ, ਇਹ ਵੀ ਸਾਡੇ ਕੋਲ ਇੱਕ ਬਹੁਭੁਜ ਹੈ। ਤਾਂ ਇਹਦੇ ਵਿੱਚ ਇਹ ਵਾਲੇ ਸਿਖਰਾਂ ਨੂੰ ਜਦੋਂ ਮਿਲਾਇਆ ਗਿਆ ਔਰ ਇਹ ਵਾਲੇ ਸਿਖਰਾਂ ਨੂੰ ਮਿਲਾਇਆ ਗਿਆ ਤਾਂ ਇਹ ਇਸ ਆਕਿਰਤੀ ਦੇ ਜਿਹੜੇ ਵਿਕਰਨ ਹੈ ਉਹ ਬਣ ਜਾਂਦੇ ਨੇ। ਠੀਕ ਹੈ, ਇਹ ਵੀ ਆਪਾਂ ਕੁਐਸਚਨਸ ਦੇ ਵਿੱਚ ਚੀਜ਼ ਨੋਟ ਕਰਨੀ ਹੈ, ਯੂਜ਼ ਕਰਨੀ ਹੈ, ਤਾਂ ਤੁਹਾਨੂੰ ਇਹ ਧਿਆਨ ਦੇ ਵਿੱਚ ਰਹਿਣੇ ਚਾਹੀਦੇ ਨੇ ਵਿਕਰਨ। ਇੱਕ ਚੀਜ਼ ਆਪਾਂ ਹੋਰ ਦੇਖ ਸਕਦੇ ਹਾਂ ਕਿ ਤ੍ਰਿਭੁਜ ਦਾ ਕੋਈ ਵਿਕਰਨ ਨਹੀਂ ਹੁੰਦਾ। ਜੇ ਇੱਕ ਆਪਾਂ ਤ੍ਰਿਭੁਜ ਖਿੱਚ ਲਈਏ ਤਾਂ ਤ੍ਰਿਭੁਜ ਦਾ ਕੋਈ ਵਿਕਰਨ ਨਹੀਂ ਹੋਏਗਾ। ਕਿਉਂ ਨਹੀਂ ਹੋਏਗਾ? ਕਿਉਂਕਿ B ਦੇ ਨਾਲ ਜਿਹੜੇ 3 ਸਿਖਰ ਨੇ, C ਤੇ A, तो B ਤੇ A ਵੀ ਦੋਨੋਂ ਲਾਗਵੇਂ ਸਿਖਰ ਨੇ। ਜੇ ਇਹਨਾਂ ਨੂੰ ਮਿਲਾਵਾਂਗੇ ਤਾਂ ਸਾਡੇ ਕੋਲ ਭੁਜਾ ਹੀ ਬਣ ਜਾਂਦੀ ਹੈ। ਇਸੇ ਤਰ੍ਹਾਂ C ਜਿਹੜਾ B ਦਾ ਉਹ ਵੀ ਲਾਗਵਾਂ ਸਿਖਰ ਹੈ, ਨਾਲ ਵਾਲਾ ਸਿਖਰ ਹੈ, ਇਹਨੂੰ ਮਿਲਾਵਾਂਗੇ ਤਾਂ ਵੀ ਭੁਜਾ ਹੀ ਬਣ ਜਾਂਦੀ ਹੈ। ਤਾਂ ਕੋਈ ਇਹੋ ਜਿਹਾ ਸਾਡੇ ਕੋਲ ਇਹਦੇ 'ਚ ਬਿੰਦੂ ਹੈ ਹੀ ਨਹੀਂ, ਸਿਖਰ ਹੈ ਹੀ ਨਹੀਂ ਜਿਹਨੂੰ B ਦੇ ਨਾਲ ਅਸੀਂ ਜੁਆਇਨ ਕਰੀਏ ਤੇ ਸਾਡੇ ਕੋਲ ਵਿਕਰਨ ਬਣੇ। ਠੀਕ ਹੈ, ਤਾਂ ਤ੍ਰਿਭੁਜ ਦੇ ਵਿੱਚ ਜਿਹੜਾ ਕੋਈ ਵੀ ਵਿਕਰਨ ਨਹੀਂ ਹੁੰਦਾ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿਸੇ ਵੀ ਆਕਿਰਤੀ ਦੇ ਅੰਦਰਲੇ ਭਾਗ ਅਤੇ ਬਾਹਰੀ ਭਾਗ ਦੇ ਲਈ। ਜਿੱਦਾਂ ਹੁਣ ਇਹ ਇੱਕ ਆਕਿਰਤੀ ਬਣਾਈ ਗਈ ਹੈ ਨਾ, ਤਾਂ ਇਹਦਾ ਜਿਹੜਾ ਸ਼ੇਡ ਕੀਤਾ ਹੋਇਆ ਪੋਰਸ਼ਨ ਹੈ, ਜਿਹੜਾ ਲਾਈਟ ਬਲੈਕ ਜਿਹਾ ਹੈਗਾ ਸਾਡੇ ਕੋਲ, ਇਹ ਇਹਦਾ ਅੰਦਰਲਾ ਭਾਗ ਹੈ। ਠੀਕ ਹੈ, ਜੇ ਅਸੀਂ ਗੱਲ ਕਰਨੀ ਹੋਵੇ ਬਾਹਰਲੇ ਭਾਗ ਦੀ ਤਾਂ ਉਹ ਇਹਦੇ ਜਿਹੜਾ ਬਾਹਰ ਵਾਲਾ ਹਿੱਸਾ ਹੈ ਉਹ ਸਾਡੇ ਕੋਲ ਸਾਰਾ ਬਾਹਰੀ ਭਾਗ ਹੈ। ਠੀਕ ਹੈ, ਅੰਦਰਲਾ ਭਾਗ ਸਾਡੇ ਕੋਲ ਬਿਲਕੁਲ ਜਿਹੜਾ ਅੰਦਰ ਆ ਰਿਹਾ, ਬਾਹਰਲਾ ਭਾਗ ਸਾਡੇ ਕੋਲ ਇਹ ਸਾਰਾ ਹੀ ਆ ਜਾਏਗਾ। ਇਹਦੇ 'ਚ ਛੇਡ ਭਾਵੇਂ ਥੋੜਾ ਜਿਹੜਾ ਏਰੀਆ ਹੈ ਉਹ ਸ਼ੇਡ ਕੀਤਾ ਹੋਇਆ, ਪਰ ਉਸ ਤੋਂ ਬਾਹਰ ਵੀ ਸਾਰਾ ਹੀ ਜਿਹੜਾ ਭਾਗ ਹੈ ਉਹ ਸਾਡੇ ਕੋਲ ਇਸ ਆਕਿਰਤੀ ਦਾ ਬਾਹਰੀ ਭਾਗ ਹੀ ਰਹੇਗਾ। ਠੀਕ ਹੈ, ਅੰਦਰਲਾ ਭਾਗ ਜਿਹੜਾ ਉਹ ਸੀਮਤ ਹੁੰਦਾ ਹੈ, ਪਰ ਬਾਹਰੀ ਭਾਗ ਜਿਹੜਾ ਸਾਡੇ ਕੋਲ ਉਹ ਅਸੀਮਤ ਹੁੰਦਾ ਹੈ, ਉਹ ਸੀਮਤ ਨਹੀਂ ਹੁੰਦਾ। ਠੀਕ ਹੈ, ਤਾਂ ਕਿਸੇ ਵੀ ਆਕਿਰਤੀ ਦੇ ਵਿੱਚ 3 ਚੀਜ਼ਾਂ ਹੁੰਦੀਆਂ ਨੇ। ਕਿਹੜੀਆਂ? ਇੱਕ ਅੰਦਰਲਾ ਭਾਗ, ਔਰ ਇੱਕ ਬਾਹਰਲਾ ਭਾਗ ਸਾਰਾ, ਔਰ ਇੱਕ ਉਹ ਆਕਿਰਤੀ ਖੁਦ, ਉਹਦਾ ਜਿਹੜਾ ਘੇਰਾ ਹੁੰਦਾ ਇਹ ਵਾਲਾ। ਠੀਕ ਹੈ, ਤਾਂ 3 ਚੀਜ਼ਾਂ ਦੇ ਵਿੱਚ ਜਦੋਂ ਅਸੀਂ ਇਹਨੂੰ ਅਸੀਂ 3 ਚੀਜ਼ਾਂ ਜਿਹੜੀਆਂ ਕੰਸੀਡਰ ਕਰਦੇ ਹਾਂ। ਜਿੱਦਾਂ ਹੁਣ ਅਗਰ ਮੈਂ ਇੱਕ ਚੱਕਰ ਲਗਾਵਾਂ ਇੱਥੇ, ਇਹ ਮੇਰੇ ਕੋਲ ਇੱਕ ਸਰਕਲ ਹੈ। ਠੀਕ ਹੈ, ਤਾਂ ਇਹਦਾ ਇੱਕ ਤਾਂ ਸਾਡੇ ਕੋਲ ਇਹ ਅੰਦਰਲਾ ਭਾਗ ਹੈ, ਇੱਕ ਸਾਡੇ ਕੋਲ ਬਾਹਰਲਾ ਸਾਰਾ ਭਾਗ ਹੈ, ਤੇ ਇੱਕ ਸਾਡੇ ਕੋਲ ਇਹ ਚੱਕਰ ਖੁਦ ਹੈ। ਠੀਕ ਹੈ, ਚੱਕਰ ਜਦੋਂ ਅਸੀਂ ਜੇ ਮੈਂ ਕਹਾਂ ਬਾਹਰ ਇੱਕ ਬਿੰਦੂ ਲਗਾਉਣਾ ਤਾਂ ਇੱਥੇ ਮੈਂ ਇੱਕ ਬਿੰਦੂ P ਲਗਾ ਸਕਦਾ। ਜੇ ਕਹੋ ਇਹਦੇ ਅੰਦਰ ਬਿੰਦੂ ਲਗਾਉਣਾ ਤਾਂ ਇੱਥੇ ਇੱਕ ਬਿੰਦੂ Q ਜਿਹੜਾ ਉਹ ਲਗਾਇਆ ਜਾ ਸਕਦਾ। ਜੇ ਕਹੋ ਚੱਕਰ ਦੇ ਉੱਪਰ ਬਿੰਦੂ ਲਗਾਉਣਾ ਤਾਂ ਇੱਥੇ ਇੱਕ ਬਿੰਦੂ A ਲਗਾਇਆ ਜਾ ਸਕਦਾ। ਤਾਂ ਇੱਕ ਬਿੰਦੂ ਨੂੰ ਅਸੀਂ 3 ਤਰ੍ਹਾਂ ਲਗਾ ਸਕਦੇ ਹਾਂ, ਕਿਸੇ ਵੀ ਆਕਿਰਤੀ ਦੇ ਅੰਦਰ, ਕਿਸੇ ਵੀ ਆਕਿਰਤੀ ਦੇ ਬਾਹਰ, ਜਾਂ ਉਸ ਆਕਿਰਤੀ ਦੇ ਉੱਪਰ, ਉਹਦੇ ਘੇਰੇ ਦੇ ਉੱਪਰ। ਠੀਕ ਹੈ, ਇਸ ਤੋਂ ਬਾਅਦ ਸਾਡੇ ਕੋਲ ਜਿਹੜੀ ਅਗਲੀ ਚੀਜ਼ ਹੈ ਇਹਦੇ 'ਚ ਡਿਸਕਸ ਕਰ, ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਐਕਸਰਸਾਈਜ਼ ਅਭਿਆਸ ਦੇ ਵਿੱਚ ਯੂਜ਼ ਹੋਣੀਆਂ ਨੇ, ਇਸ ਕਰਕੇ ਇਹ ਸਾਰੀਆਂ ਪਹਿਲਾਂ ਮੈਂ ਡਿਸਕਸ ਕਰ ਰਿਹਾ। ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਓਗੇ, ਇਹਨਾਂ ਨੂੰ ਭਾਵੇਂ 2-3 ਵਾਰ ਰਿਪੀਟ ਕਰਕੇ ਸੁਣ ਲਈਓ, ਸਮਝ ਲਈਓ। ਇਹ ਤੁਹਾਡੇ ਅੱਗੇ ਅਭਿਆਸ ਜਿਹੜੀਆਂ ਐਕਸਰਸਾਈਜ਼ਸ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ, ਉਹਨਾਂ ਨੂੰ ਸਮਝਣ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਣਗੀਆਂ। ਠੀਕ ਹੈ, ਇਸ ਤੋਂ ਬਾਅਦ ਅਗਲੀ ਸਾਡੇ ਕੋਲ ਜਿਹੜੀ ਚੀਜ਼ ਹੈ ਉਹ ਹੈ ਉੱਤਲ ਅਤੇ ਅਵਤਲ ਬਹੁਭੁਜ। ਬਹੁਭੁਜਾਂ ਦੇ ਬਾਰੇ ਅਸੀਂ ਜਾਣਿਆ ਕਿ ਉਹ ਆਕਿਰਤੀਆਂ ਜਿਹੜੀਆਂ ਰੇਖਾ ਖੰਡਾਂ ਦੇ ਨਾਲ ਬਣੀਆਂ ਹੁੰਦੀਆਂ, ਸਧਾਰਨ ਹੁੰਦੀਆਂ। ਠੀਕ ਹੈ, ਰੇਖਾ ਖੰਡਾਂ ਦੇ ਨਾਲ ਬਣਦੀਆਂ ਨੇ, ਸਧਾਰਨ ਹੁੰਦੀਆਂ ਨੇ ਤੇ ਬੰਦ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਬਹੁਭੁਜ ਕਹਿੰਦੇ ਹਾਂ। ਠੀਕ ਹੈ, ਤਾਂ ਬਹੁਭੁਜ ਦੇ ਵਿੱਚ ਵੀ ਅੱਗੇ 2 ਤਰ੍ਹਾਂ ਦੀਆਂ ਬਹੁਭੁਜਾਂ ਨੇ, ਇੱਕ ਉੱਤਲ, ਇੱਕ ਅਵਤਲ। ਇਹਦੀ ਸਾਡੇ ਕੋਲ ਕੀ ਨਿਸ਼ਾਨੀ ਹੁੰਦੀ ਹੈ? ਕਿਸੇ ਵੀ ਬਹੁਭੁਜ ਦੇ ਵਿੱਚ ਜੇਕਰ ਉਸਦਾ ਅਸੀਂ ਕੋਈ ਵਿਕਰਨ ਖਿੱਚੀਏ ਤੇ ਉਹ ਉਹਦੇ ਅੰਦਰ ਵਾਲੇ ਭਾਗ ਦੇ ਵਿੱਚ ਹੀ ਬਣੇ ਤਾਂ ਉਹਨਾਂ ਨੂੰ ਅਸੀਂ ਉੱਤਲ ਬਹੁਭੁਜਾਂ ਕਹਿੰਦੇ ਹਾਂ। ਠੀਕ ਹੈ, ਜਿੱਦਾਂ ਕਿ ਹੁਣ ਇਹ ਸਾਡੇ ਕੋਲ ਇੱਕ ਬਹੁਭੁਜ ਹੈ, ਇਹਦੇ ਵਿੱਚ ਮੈਂ ਕੋਈ ਵੀ ਵਿਕਰਨ ਖਿੱਚਾਂ ਉਹ ਇਹਦੇ ਅੰਦਰ ਹੀ ਬਣੇਗਾ, ਬਾਹਰ ਨਹੀਂ ਬਣੇਗਾ। ਠੀਕ ਹੈ, ਬਾਹਰ ਨਹੀਂ ਬਣੇਗਾ, ਅੰਦਰ ਹੀ ਬਣੇਗਾ। ਤਾਂ ਇਸੇ ਢੰਗ ਦੇ ਨਾਲ ਇਹਨਾਂ 'ਚੋਂ ਕੋਈ ਵੀ ਆਪਾਂ ਆਕਿਰਤੀ ਲੈ ਲਈਏ, ਉਹਦਾ ਜਿਹੜਾ ਕੋਈ ਵੀ ਵਿਕਰਨ ਆਪਾਂ ਖਿੱਚੀਏ ਤਾਂ ਉਹਦੇ ਅੰਦਰ ਹੀ ਬਣੇਗਾ। ਇਹ ਸਿੱਧੀ ਲਾਈਨ ਸਕੇਲ ਦੇ ਨਾਲ ਆਪਾਂ ਲਗਾਉਣੀ ਹੁੰਦੀ, ਫਰੀ ਹੈਂਡ ਨਹੀਂ ਲਗਾਉਣੀ ਕਦੇ ਵੀ। ਠੀਕ ਹੈ, ਤਾਂ ਇਹੋ ਜਿਹੀਆਂ ਜਿਹੜੀਆਂ ਬਹੁਭੁਜਾਂ ਹੈ ਇਹਨਾਂ ਨੂੰ ਅਸੀਂ ਉੱਤਲ ਬਹੁਭੁਜ ਕਹਿੰਦੇ ਹਾਂ। ਅਵਤਲ ਬਹੁਭੁਜਾਂ ਉਹ ਹੁੰਦੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਕੋਈ ਨਾ ਕੋਈ ਜਿਹੜਾ ਵਿਕਰਨ ਹੈ ਉਹ ਅੰਦਰਲੇ ਭਾਗ ਤੋਂ ਛੱਡ ਕੇ ਬਾਹਰ ਵਾਲੇ ਭਾਗ ਦੇ ਵਿੱਚ ਬਣ ਜਾਏ। ਜਿੱਦਾਂ ਹੁਣ ਇਹ ਵਾਲੀ ਆਕਿਰਤੀ ਹੈ, ਤਾਂ ਇਹਦੇ ਵਿੱਚ ਜੇ ਮੈਂ ਇਹ ਤੇ ਇਹ ਸਿਰੇ ਨੂੰ ਮਿਲਾਵਾਂ ਤਾਂ ਇਹ ਵਿਕਰਨ ਤਾਂ ਬਣੇਗਾ, ਪਰ ਇਹ ਕਿੱਥੇ ਬਣ ਗਿਆ? ਬਾਹਰੀ ਭਾਗ ਦੇ ਵਿੱਚ। ਠੀਕ ਹੈ,
तो बाहरी भाग ਵਿੱਚ ਜਦੋਂ ਸਾਡੇ ਕੋਲ ਬਣ ਗਿਆ ਵਿਕਰਨ ਤਾਂ ਇਹਨੂੰ ਅਸੀਂ ਅਵਤਲ ਕਿਹੜਾ ਅਵਤਲ ਬਹੁਭੁਜ ਕਹਿੰਦੇ ਆ, ਇਹਨਾਂ ਨੂੰ ਉੱਤਲ ਬਹੁਭੁਜ ਨਹੀਂ ਕਹਿੰਦੇ। ਇਸੇ ਤਰ੍ਹਾਂ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਇਹਨੂੰ ਅਗਰ ਜੁਆਇਨ ਕਰੀਏ ਤਾਂ ਇਹ ਬਾਹਰ ਬਣ ਗਿਆ, ਠੀਕ ਹੈ। ਅੰਦਰਲਾ ਭਾਗ ਤਾਂ ਇਹ ਵਾਲਾ ਸਾਡੇ ਕੋਲ ਸੀ, ਇਹਦੇ ਵਿੱਚ ਹੀ ਆਪਾਂ ਦੇਖੀਏ ਇਹਨੂੰ ਜੁਆਇਨ ਕਰਾਂ ਤਾਂ ਇਹ ਬਾਹਰੀ ਭਾਗ ਦੇ ਵਿੱਚ ਸਾਡੇ ਕੋਲ ਇਹਦਾ ਵਿਕਰਨ ਜਿਹੜਾ ਉਹ ਬਣ ਜਾਏਗਾ, ਠੀਕ ਹੈ। तो ठीक है, ਅਸੀਂ ਇਹ ਚੀਜ਼ ਯਾਦ ਰੱਖਣੀ ਹੈ ਕਿ ਜਦੋਂ ਕਿਸੇ ਵੀ ਬਹੁਭੁਜ ਦੇ ਸਾਰੇ ਵਿਕਰਨ ਉਹਦੇ ਅੰਦਰਲੇ ਭਾਗ ਦੇ ਵਿੱਚ ਹੀ ਬਣਦੇ ਆ ਤਾਂ ਉਹ ਉੱਤਲ ਬਹੁਭੁਜ ਹੁੰਦੇ ਆ। ਜਦੋਂ ਉਹਨਾਂ ਦਾ ਕੋਈ ਨਾ ਕੋਈ ਵਿਕਰਨ ਜਿਹੜਾ ਹੈ ਉਹ ਅੰਦਰਲੇ ਭਾਗ 'ਚ ਨਹੀਂ ਬਾਹਰੀ ਭਾਗ ਦੇ ਵਿੱਚ ਬਣ ਜਾਏ ਤਾਂ ਉਹ ਅਵਤਲ ਬਹੁਭੁਜ ਹੁੰਦੇ ਆ। ਉੱਤਲ ਤੇ ਅਵਤਲ ਬਹੁਭੁਜਾਂ ਦੀ ਪਛਾਣ ਜਿਹੜੀ ਉਹ ਸਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ, ਠੀਕ ਹੈ। ਇਸ ਤੋਂ ਬਾਅਦ ਸਾਡੇ ਕੋਲ ਇੱਕ ਚੀਜ਼ ਹੋਰ ਆਪਾਂ ਜਿਹੜੀ ਧਿਆਨ 'ਚ ਰੱਖਣੀ ਹੈ, ਸਮ ਬਹੁਭੁਜ ਤੇ ਅਸਮ ਬਹੁਭੁਜ। ਇਹਨਾਂ ਨੂੰ ਅਸੀਂ ਰੈਗੂਲਰ ਪੋਲੀਗਨ ਜਾਂ ਇਰਰੈਗੂਲਰ ਪੋਲੀਗਨ ਜਿਹੜਾ ਉਹ ਬੋਲਦੇ ਹਾਂ, ਠੀਕ ਹੈ। ਜਿਹਦੇ ਵਿੱਚ ਭੁਜਾਵਾਂ ਸਾਰੀਆਂ ਬਰਾਬਰ ਹੋਣ ਉਹਨਾਂ ਨੂੰ ਅਸੀਂ ਸਮ ਬਹੁਭੁਜ ਕਹਿੰਦੇ ਹਾਂ। ਜਿਨ੍ਹਾਂ 'ਚ ਜਿਹੜੀਆਂ ਭੁਜਾਵਾਂ ਦੀ ਰੇਖਾ ਖੰਡਾਂ ਦੀ ਜਿਹੜੀ ਲੰਬਾਈ ਆ ਅਲੱਗ-ਅਲੱਗ ਹੋਵੇ ਉਹ ਅਸਮ ਬਹੁਭੁਜ ਹੁੰਦੇ ਸਾਡੇ ਕੋਲ, ਠੀਕ ਹੈ। ਸਮ ਦਾ ਮਤਲਬ ਹੈ ਸਾਰੀਆਂ ਭੁਜਾਵਾਂ ਸਮਾਨ, ਅਸਮ ਦਾ ਮਤਲਬ ਹੈ ਸਾਰੀਆਂ ਭੁਜਾਵਾਂ ਸਮਾਨ ਨਹੀਂ ਹੁੰਦੀਆਂ ਨੇ, ਠੀਕ ਹੈ। ਤੋ ਆਓ ਹੁਣ ਅਸੀਂ ਅਭਿਆਸ 3.1 ਦੇ ਜਿਹੜੇ ਕੁਐਸਚਨ ਦੇਖਦੇ ਹਾਂ, ਠੀਕ ਹੈ। ਉਹ ਕਰਦੇ ਹਾਂ ਤਾਂ ਉਸ ਦੇ ਵਿੱਚ ਜੇ ਕਿਤੇ ਕਿਸੇ ਚੀਜ਼ ਦੀ ਹੋਰ ਜ਼ਰੂਰਤ ਪਏਗੀ ਤਾਂ ਉਹ ਤੁਹਾਨੂੰ ਮੈਂ ਫਿਰ ਉਹਦੇ ਵਿੱਚ ਸਮਝਾ ਦਿਆਂਗਾ। ਸੋ ਹੁਣ ਤੱਕ ਜੋ ਅਸੀਂ ਕੀਤਾ ਉਹ ਮੈਨੂੰ ਲੱਗਦਾ ਤੁਹਾਡੇ ਧਿਆਨ ਦੇ ਵਿੱਚ ਆ ਗਿਆ ਹੋਵੇਗਾ। ਸਭ ਤੋਂ ਪਹਿਲਾਂ ਕਿ ਵਕਰ ਸਧਾਰਨ ਕਿਹੜੀ ਹੁੰਦੀ ਹੈ, ਅਸਾਧਾਰਨ ਕਿਹੜੀ ਹੁੰਦੀ ਹੈ, ਬੰਦ ਕਿਹੜੀ ਹੁੰਦੀ ਹੈ, ਬੰਦ ਨਹੀਂ ਕਿਹੜੀ ਹੁੰਦੀ ਹੈ, ਫਿਰ ਬਹੁਭੁਜ ਕਦੋਂ ਬਣਦੀ ਹੈ ਵਕਰ, ਹੈ ਨਾ। ਜਦੋਂ ਰੇਖਾ ਖੰਡਾਂ ਦੇ ਨਾਲ ਬਣੇ ਸਧਾਰਨ ਹੋਵੇ ਤੇ ਬੰਦ ਹੋਵੇ ਤਾਂ ਬਹੁਭੁਜ ਹੁੰਦੀ ਹੈ। ਫਿਰ ਬਹੁਭੁਜ ਦਾ ਅੰਦਰਲਾ ਭਾਗ, ਬਹੁਭੁਜ ਦਾ ਬਾਹਰਲਾ ਭਾਗ, ਬਹੁਭੁਜ ਦੇ ਵਿਕਰਨ, ਉੱਤਲ ਬਹੁਭੁਜ ਹੈ ਜਾਂ ਅਵਤਲ ਬਹੁਭੁਜ ਹੈ, ਠੀਕ ਹੈ, ਸਮ ਬਹੁਭੁਜ ਹੈ ਜਾਂ ਅਸਮ ਬਹੁਭੁਜ ਹੈ। ਇਹ ਸਾਰੀਆਂ ਚੀਜ਼ਾਂ ਬਿਲਕੁਲ ਦਿਮਾਗ 'ਚ ਤੁਹਾਡੇ ਕਲੀਅਰ ਹੋਣੀਆਂ ਚਾਹੀਦੀਆਂ ਨੇ। ਇਹਨਾਂ ਨੂੰ ਤੁਸੀਂ ਜਦੋਂ ਤੱਕ ਪੂਰੀ ਤਰ੍ਹਾਂ ਈਜ਼ੀਲੀ ਸਮਝ ਨਹੀਂ ਪਾਉਂਦੇ ਉਦੋਂ ਤੱਕ ਤੁਸੀਂ ਵੀਡੀਓ ਨੂੰ ਰਿਪੀਟ ਕਰਕੇ ਦੇਖਣਾ ਹੈ। ਅਗਰ ਪਹਿਲੀ ਵਾਰੀ ਸਮਝ ਲੱਗ ਜਾਂਦਾ ਤਾਂ ਵੈਰੀ ਗੁੱਡ, ਇਹਨੂੰ ਕਾਪੀ ਤੇ ਨੋਟ ਕਰ ਲੈਣਾ ਨਾਲ। ਹਾਂਜੀ ਸਟੂਡੈਂਟਸ, ਤੇ ਅਭਿਆਸ 3.1 ਦਾ ਤੁਸੀਂ ਪਹਿਲਾ ਸਵਾਲ ਦੇਖ ਸਕਦੇ ਹੋ। ਸਾਨੂੰ ਕੁਝ ਜਿਹੜੀਆਂ ਆਕ੍ਰਿਤੀਆਂ, ਕੁਝ ਚਿੱਤਰ ਜਿਹੜੇ ਇਹਦੇ 'ਚ ਦਿੱਤੇ ਗਏ ਨੇ, ਇਹਨਾਂ ਦੇ ਬਾਰੇ ਅਸੀਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਸਧਾਰਨ ਵਕਰ ਹੈ, ਕਿਹੜੀ ਸਧਾਰਨ ਬੰਦ ਵਕਰ ਹੈ, ਕਿਹੜੀ ਬਹੁਭੁਜ ਹੈ, ਉੱਤਲ ਹੈ ਜਾਂ ਅਵਤਲ ਹੈ, ਠੀਕ ਹੈ। ਤੋ ਇਹਦੇ ਵਿੱਚ ਅਸੀਂ ਦੇਖਦੇ ਹਾਂ ਇੱਕ ਵਾਰ ਜਿਹੜੀ ਪਹਿਲੀ ਵਾਲੀ ਇਹਨੂੰ ਤੁਸੀਂ ਦੇਖ ਸਕਦੇ ਹੋ, ਸਧਾਰਨ ਵਕਰ ਹੈ, ਸਧਾਰਨ ਵਕਰ ਹੈ, ਇਹ ਬੰਦ ਹੈ ਔਰ ਇਹ ਬਹੁਭੁਜ ਵੀ ਹੈ, ਠੀਕ ਹੈ। ਇਸੇ ਤਰ੍ਹਾਂ ਇਹ ਵੀ ਸਾਡੇ ਕੋਲ ਸਧਾਰਨ ਹੈ, ਬੰਦ ਹੈ, ਬਹੁਭੁਜ ਹੈ। ਇਹ ਸਾਡੇ ਕੋਲ ਸਧਾਰਨ ਵਕਰ ਨਹੀਂ ਹੈ ਕਿਉਂਕਿ ਇਹਦੇ 'ਚ ਦੋ ਜਿਹੜੀ ਇਹ ਕੰਟੀਨਿਊਸ ਵਕਰ ਨਹੀਂ ਸਾਡੇ ਕੋਲ ਹੈਗੀ ਨਾ, ਇਹ ਅਲੱਗ ਸਰਕਲ ਹੈ, ਅੰਦਰ ਵਾਲਾ ਅਲੱਗ ਸਰਕਲ ਹੈ। ਇਹਨੂੰ ਵੀ ਸਧਾਰਨ ਵਕਰ ਦੇ ਵਿੱਚ ਆਪਾਂ ਨਹੀਂ ਗਿਣਦੇ, ਠੀਕ ਹੈ। ਇਸੇ ਤਰ੍ਹਾਂ ਇਹ ਸਾਡੇ ਕੋਲ ਸਟਾਰ ਹੈ, ਬੰਦ ਹੈ ਪਰ ਇਹ ਸਧਾਰਨ ਨਹੀਂ ਹੈ, ਆਪਣੇ ਆਪ ਨੂੰ ਕ੍ਰੋਸ ਕਰ ਰਿਹਾ, ਠੀਕ। ਤੋ ਇਹ ਸਾਡੇ ਕੋਲ ਵਕਰ ਹੈ ਇੱਕ ਜਿਹੜੀ ਬੰਦ ਹੈ, ਸਧਾਰਨ ਹੈ ਪਰ ਇਹ ਬਹੁਭੁਜ ਨਹੀਂ ਹੈ ਕਿਉਂਕਿ ਇਹ ਗੋਲਾਈ ਦੇ ਵਿੱਚ ਸਰਕਲਸ ਤੋਂ ਬਣੀ ਹੋਈ ਹੈ, ਠੀਕ ਹੈ। ਇਸੇ ਤਰ੍ਹਾਂ ਇਹਦੇ ਵਿੱਚ ਵੀ ਦੋ ਰੇਖਾ ਖੰਡ ਨੇ, ਇੱਧਰ ਸਾਡੇ ਕੋਲ ਇਹ ਚੱਕਰ ਲੱਗੇ ਹੋਏ ਨੇ, ਠੀਕ ਹੈ। ਇਹ ਵੀ ਬੰਦ ਹੈ, ਸਧਾਰਨ ਹੈ ਪਰ ਬਹੁਭੁਜ ਨਹੀਂ ਹੈ। ਇਹ ਵੀ ਸਾਡੇ ਕੋਲ ਬੰਦ ਹੈ, ਸਧਾਰਨ ਹੈ ਪਰ ਬਹੁਭੁਜ ਨਹੀਂ ਹੈ। ਤੋ ਇਹਦੇ ਵਿੱਚ ਇਹ ਸਾਡੇ ਕੋਲ ਜਿਹੜੀ ਆਕ੍ਰਿਤੀ ਹੈ ਇਹ ਵੀ ਸਾਡੇ ਕੋਲ ਸਧਾਰਨ ਨਹੀਂ ਹੈ। ਤੋ ਅਸੀਂ ਕੀ ਕਰਨਾ ਹੁਣ, ਕਾਪੀ ਤੇ ਜਦੋਂ ਤੁਸੀਂ ਨੋਟ ਕਰਨਾ ਹੈ ਸਧਾਰਨ ਵਕਰ ਦੇ ਸਾਹਮਣੇ ਤੁਸੀਂ ਸਿਰਫ ਚਿੱਤਰਾਂ ਦੇ ਨਾਮ ਲਿਖ ਲੈਣੇ ਨੇ ਵੀ ਕਿਹੜਾ ਵਾਲਾ ਚਿੱਤਰ ਜਿਹੜਾ ਸਧਾਰਨ ਵਕਰ ਦੇ ਵਿੱਚ ਆਉਂਦਾ, ਕਿਹੜਾ ਨਹੀਂ ਆਉਂਦਾ, ਠੀਕ ਹੈ। ਤੋ ਪਹਿਲੇ ਦੇ ਵਿੱਚ ਸਧਾਰਨ ਵਕਰ ਇਹ ਵੀ ਸਾਡੇ ਕੋਲ ਸਧਾਰਨ ਹੈ, ਇਹ ਵੀ ਸਧਾਰਨ ਹੈ, ਇਹ ਵੀ ਤੇ ਇਹ ਵੀ 1 2 5 6 ਤੇ 7 ਜਿਹੜੇ ਚਿੱਤਰ ਨੇ ਇਹ ਸਾਡੇ ਕੋਲ ਸਧਾਰਨ ਨੇ। 1 2 5 6 ਅਤੇ 7 ਜਿਹੜੇ ਚਿੱਤਰ ਨੇ ਉਹ ਸਾਡੇ ਕੋਲ ਸਧਾਰਨ ਵਕਰਾਂ ਨੇ। ਇਸ ਤੋਂ ਬਾਅਦ ਸਧਾਰਨ ਬੰਦ ਵਕਰਾਂ, ਠੀਕ ਹੈ। ਤਾਂ ਉਹਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਇਹ ਪੰਜੇ ਦੇ ਪੰਜੇ ਜਿਹੜੇ ਸਧਾਰਨ ਵਕਰਾਂ, ਪੰਜੇ ਦੇ ਪੰਜੇ ਬੰਦ ਵੀ ਨੇ ਸਾਡੇ ਕੋਲ। ਸੋ ਇਸ ਸਵਾਲ ਦਾ ਉੱਤਰ ਵੀ ਸਾਡੇ ਕੋਲ ਇਹੀ ਹੋ ਜਾਏਗਾ 1 2 5 6 ਅਤੇ 7, ਠੀਕ ਹੈ। ਇਵੇਂ ਤੁਸੀਂ ਬਸ ਨੋਟ ਕਰ ਲੈਣਾ ਸਧਾਰਨ ਵਕਰ ਦੇ ਸਾਹਮਣੇ ਉੱਤਰ ਪਾ ਕੇ ਇਹ ਵਾਲੇ ਜਿਹੜੇ ਨੰਬਰ ਜਿਹੜੇ ਉਹ ਆਕ੍ਰਿਤੀਆਂ ਦੇ ਆਪਾਂ ਲਿਖ ਲੈਣੇ ਨੇ, ਠੀਕ ਹੈ। ਫਿਰ ਇਹਨਾਂ ਦੇ ਵਿੱਚੋਂ ਬਹੁਭੁਜ ਹੁਣ ਕਿਹੜੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਸਿਰਫ ਇਹ ਦੋਨੋਂ ਜਿਹੜੀਆਂ ਸਧਾਰਨ ਵੀ ਨੇ, ਬੰਦ ਵੀ ਨੇ ਤੇ ਰੇਖਾ ਖੰਡਾਂ ਤੋਂ ਬਣੀਆਂ ਹੋਈਆਂ ਨੇ ਤੇ 1 ਅਤੇ 2 ਦੋਨੋਂ ਹੀ ਸਾਡੇ ਕੋਲੇ ਬਹੁਭੁਜ ਦੀਆਂ ਉਦਾਹਰਨਾਂ ਹੈਗੀਆਂ ਨੇ, ਠੀਕ ਹੈ। ਇਸ ਤੋਂ ਬਾਅਦ ਇਹਨਾਂ ਦੋਨਾਂ ਦੇ ਵਿੱਚੋਂ ਉੱਤਲ ਬਹੁਭੁਜ ਕਿਹੜੀ ਹੈ? ਉੱਤਲ ਬਹੁਭੁਜ ਬਾਰੇ ਆਪਾਂ ਪੜ੍ਹਿਆ ਸੀ ਜਿਹਦੇ ਵਿਕਰਨ ਜਿਹੜੇ ਉਸ ਦੇ ਅੰਦਰ ਹੀ ਬਣਨ, ਅੰਦਰਲੇ ਭਾਗ ਵਿੱਚ ਵੀ ਹੀ ਬਣਨ, ਠੀਕ ਹੈ। ਤੋ ਇਸ ਦੇ ਵਿਕਰਨ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਹੀ ਬਣਨਗੇ, ਪਰ ਇਹਦੇ ਵਿੱਚ ਜਿਹੜਾ ਇਹ ਵਿਕਰਨ ਅਗਰ ਮੈਂ ਬਣਾਵਾਂ ਤੇ ਉਹ ਕੀ ਹੋਏਗਾ, ਉਹ ਇਸ ਦੇ ਅੰਦਰਲੇ ਭਾਗ ਤੋਂ ਬਾਹਰ ਚਲੇ ਜਾਏਗਾ। ਤੋ ਇਹ ਜਿਹੜਾ ਸਾਡੇ ਕੋਲ 1 ਹੈ ਉਹ ਉੱਤਲ ਬਹੁਭੁਜ ਨਹੀਂ ਹੈ, 2 ਜਿਹੜਾ ਉਹ ਸਾਡੇ ਕੋਲ ਉੱਤਲ ਬਹੁਭੁਜ ਹੈ। ਤੋ ਦੂਜੇ ਦਾ ਜਿਹੜਾ ਡੀ ਦਾ ਆਨਸਰ ਹੈ ਉਹ ਸਾਡੇ ਕੋਲ 2 ਆ ਜਾਏਗਾ। ਇਸੇ ਤਰ੍ਹਾਂ ਅਵਤਲ ਬਹੁਭੁਜ ਨੰਬਰ 1 ਤੇ ਜਿਹੜੀ ਹੈ ਇਹ ਸਾਡੇ ਕੋਲ ਅਵਤਲ ਬਹੁਭੁਜ ਹੈ, ਠੀਕ ਹੈ, ਜਿਹਦੇ ਬਾਰੇ ਅਸੀਂ ਪਹਿਲਾਂ ਗੱਲ ਕਰਕੇ ਆਏ। ਕਨਵੈਕਸ ਪੋਲੀਗਨ ਤੇ ਕਨਕੇਵ ਪੋਲੀਗਨ ਹੁੰਦੀਆਂ ਨੇ। ਇਸ ਤੋਂ ਬਾਅਦ ਦੂਸਰਾ ਕੁਐਸਚਨ ਇਹਦਾ ਹੈ ਅਭਿਆਸ ਦਾ ਸਾਡੇ ਕੋਲ ਕਿ ਹੇਠਾਂ ਲਿਖਿਆਂ ਵਿੱਚ ਕਿੰਨੇ ਵਿਕਰਨ ਹਨ।
ਇਹ ਇੱਕ ਉੱਤਲ ਚਤੁਰਭੁਜ, ਇੱਕ ਸਮ ਛੇ ਭੁਜ, ਇੱਕ ਤ੍ਰਿਭੁਜ। ਆਪਾਂ ਦੇਖ ਲੈਂਦੇ ਹਾਂ ਡਾਇਗਰਾਮ ਬਣਾ ਕੇ। ਉੱਤਲ ਚਤੁਰਭੁਜ ਬਣਾਣੀ ਹੈ ਆਪਾਂ, ਸਮ ਛੇ ਭੁਜ ਸਮਾਨ ਛੇ ਭੁਜਾਵਾਂ ਵਾਲੀ ਇੱਕ ਆਕ੍ਰਿਤੀ ਬਣਾਣੀ ਹੈ, ਤੇ ਇੱਕ ਸਾਡੇ ਕੋਲ ਤ੍ਰਿਭੁਜ। ਇਹਨਾਂ ਦੇ ਵਿਕਰਨ ਜਿਹੜੇ ਉਹ ਅਸੀਂ ਗਿਣਨੇ ਨੇ। ਹਾਂਜੀ, ਸੋ ਇਹ ਸਾਡੇ ਕੋਲ ਇੱਕ ਉੱਤਲ ਚਤੁਰਭੁਜ ਹੈ, ਚਾਰ ਭੁਜਾਵਾਂ ਨੇ ਇਹਦੀਆਂ, ਠੀਕ ਹੈ। तो ਇਹਦੇ ਵਿੱਚ ਜਿਹੜੀ ਵਿਕਰਨਾਂ ਦੀ ਗਿਣਤੀ ਆ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਸਿਰਫ ਦੋ ਹੀ ਹੋ ਸਕਦੀ ਹੈ, ਠੀਕ ਹੈ। ਜਾਂ ਤਾਂ ਅਸੀਂ ਇਸ ਸਾਈਡ ਤੋਂ ਇੱਧਰ ਵਿਕਰਨ ਲਗਾ ਲਈਏ ਜਾਂ ਇਸ ਸਾਈਡ ਤੋਂ ਇੱਧਰ ਵਿਕਰਨ ਆਪਾਂ ਜਿਹੜਾ ਖਿੱਚ ਸਕਦੇ ਹਾਂ, ठीक है। तो सिर्फ दो विकर्ण बनते हैं साडे कोल, एक दो। तो आप कह सकते हैं उत्तल चतुर्भुज दे विच जिहड़ी विकर्णां दी गिणती है वो साडे कोल कितनी हुंदी है, दो। इस तो बाद सैकेंड पार्ट जिहड़ा इहदा है, ए पार्ट बी पार्ट, ਉਹਦੇ 'ਚ ਇੱਕ सम छे भुज ਦੇ ਵਿਕਰਨ ਆਪਾਂ ਦੱਸਣੇ ਨੇ। तो ये साडे कोल एक छे भुज है, इहदियां भुजावां मैं समान ही वैसे बनाने की कोशिश की है। इहदे 'च आपां हुण विकर्णां दी गिणती है जिहड़ी वो पता करनी है, ठीक है। तो इहदे विच मैं नाम इहदा दे लेना A B C D E ते F, ठीक है। तो पहला A तो असीं विकर्ण जिहड़े वो खिच्चण दी कोशिश करदे हां भी किन्ने विकर्ण जिहड़े खिच्चे जा सकदे आ। सो तुसीं देख सकदे हो सम छे भुज दे विच साडे कोल जिहड़े विकर्ण ने वो किहड़े-किहड़े ने, आपां नाम उन्हां दे लिख लैने, फिर उन्हां नूं काउंट कर लांगे, ठीक है। तो A E, इस तो बाद ए डी, फिर ए सी, ये वो सारे विकर्ण से जिहड़े ए तो स्टार्ट होंदे सीगे, ठीक है। हुण असीं बी वालियां दी गल करिए तो बी एफ, बी ई और बी डी। इस तो बाद जिहड़े विकर्ण सी तो स्टार्ट होंदे ने, सी ए आपां नहीं लिखना क्योंकि ए सी आपां पहलां लिख चुके हैं, ठीक है। और सी एफ जिहड़ा वो काउंट करांगे आपां। उस तो बाद सी ई, ठीक है। उस तो बाद डी तो जिहड़े स्टार्ट होंदे ने साडे कोल डी बी दी जगह ते बी डी जिहड़ा वो असीं पहलां लिख चुके हैं। डी ए दी जगह ते असीं ए डी जिहड़ा वो पहलां काउंट कर चुके हैं, ते डी एफ जिहड़ा है ये असीं इत्थे लिख लांगे। इस तो बाद जिहड़े ई तो स्टार्ट होंदे ने साडे कोल ई सी जिहड़ा साडे कोल सी ई लिखिया जा चुकिया पहलां, ई सी ते सी ई वो सेम ही ने। तो सी ई अगर असीं लिख लिया तो ई सी सानूं लिखण दी जरूरत नहीं है। इसी तरह ई बी जिहड़ा बी ई असीं पहलां लिख चुके हैं, ठीक है। ई ए इहदी जगह ते असीं ए ई जिहड़ा पहलां वो लिख चुके हैं, ठीक है। तो एफ तो शुरू होने वाले विकर्ण साडे कोल एफ डी, उहदी जगह ते डी एफ जिहड़ा असीं वो पहलां लिख चुके हैं, ठीक है। एफ सी दी जगह ते सी एफ जिहड़ा वो भी पहलां लिखिया जा चुका है। एफ बी तो बी एफ जिहड़ा वो भी असीं पहलां लिख चुके हैं। तो टोटल जिहड़े साडे कोल विकर्ण सम छे भुज दे विच बनदे ने वो साडे कोल किन्ने ने, 1 2 3 4 5 6 7 8 9 विकर्ण जिहड़े साडे कोल सम छे भुज दे विच बनदे ने। तो असीं लिख दांगे विकर्णां दी गिणती बराबर 9। ये साडे कोल एक उत्तल चतुर्भुज सी, और ये साडे कोल एक सम छे भुज की गल कीती आपां इहदे च, सम छे भुज, ठीक है। इस बाद तीसरा जिहड़ा सवाल है वो है एक त्रिभुज दे विच साडे कोल विकर्णां दी गिणती जिहड़ी वो कितनी हुंदी है। तो असीं सब तो पहला एक ट्रायंगल जिहड़ी है त्रिभुज वो ड्रॉ कर लेने। तो ये साडे कोल एक ट्रायंगल है पी क्यू आर, ठीक है, त्रिभुज है। त्रिभुज दे विच विकर्ण असीं किवें ड्रॉ करने हैं। तो विकर्ण किसी भी जिहड़ी बहुभुज दे विच किवें ड्रॉ कीते जांदे हैं कि किसी भी वर्टेक्स तो उहदे लागवां जिहड़ा शिखर है, किसी भी शिखर नूं ਆਪਾਂ ਲਾਗਵੇਂ ਸਿਖਰ ਦੇ ਨਾਲ ਨਹੀਂ ਮਿਲਾਣਾ, ਕਿਸੇ ਵੀ ਹੋਰ ਸਿਖਰ ਦੇ ਨਾਲ ਮਿਲਾ ਸਕਦੇ ਹਾਂ। तो P ਜਿਹੜਾ ਸਾਡੇ ਕੋਲ ਇੱਕ ਸਿਖਰ ਹੈ, Q दूसरा ਸਿਖਰ ਹੈ, R ਸਾਡੇ ਕੋਲ ਤੀਸਰਾ ਸਿਖਰ ਹੈ ਇਸ ਤ੍ਰਿਭੁਜ ਦੇ ਵਿੱਚ, ਠੀਕ ਹੈ ਨਾ। तो P ਦੇ Q ਤੇ R ਇਹ ਦੋਨੋਂ ਲਾਗਵੇਂ ਸਿਖਰ ਨੇ। ਜੇ ਅਸੀਂ P ਨੂੰ Q ਨਾਲ ਮਿਲਾ ਵੀ ਦਿੰਨੇ ਆ, P ਨੂੰ R ਨਾਲ ਮਿਲਾ ਵੀ ਦਿੰਨੇ ਆ, ਤਾਂ ਵੀ ਸਾਡੇ ਕੋਲ ਤ੍ਰਿਭੁਜ ਦੀ ਭੁਜਾ ਹੀ ਬਣਦੀ ਹੈ, ਤ੍ਰਿਭੁਜ ਦਾ ਵਿਕਰਨ ਨਹੀਂ ਬਣਦਾ। ਕਹਿਣ ਦਾ ਭਾਵ ਹੈ ਕਿ ਤ੍ਰਿਭੁਜ ਦੇ ਵਿੱਚ ਸਾਡੇ ਕੋਲ ਜਿਹੜੀ ਵਿਕਰਨਾਂ ਦੀ ਗਿਣਤੀ ਹੈ ਉਹ 0 ਹੁੰਦੀ ਹੈ, ਤ੍ਰਿਭੁਜ ਦੇ ਵਿੱਚ ਕੋਈ ਵਿਕਰਨ नहीं होंदा, ठीक है। तो ये असीं लिख देंगे विकर्णां दी गिणती 0, बराबर 0, ठीक है।
ਤੋ ਇਸੇ ਤਰ੍ਹਾਂ ਤੁਸੀਂ ਕਿਸੇ ਵੀ ਬਹੁਪੁਜ ਦੇ ਜਿਹੜੇ ਉਹਨੂੰ ਡਰਾਅ ਕਰਨ ਤੋਂ ਬਾਅਦ ਉਹਦੇ ਵਿੱਚ ਜਿਹੜੇ ਵਿਕਰਨਾਂ ਦੀ ਗਿਣਤੀ ਉਹਦੀ ਤੁਸੀਂ ਦੱਸ ਸਕਦੇ ਹੋ। ਠੀਕ ਹੈ ਵਿਦਿਆਰਥੀਓ, ਤੋ ਇਸ ਵੀਡੀਓ ਦੇ ਵਿੱਚ ਆਪਾਂ ਇੰਨਾ ਹੀ ਕਰਾਂਗੇ। ਆਪਾਂ ਬੇਸਿਕਸ ਜਿਹੜੇ ਉਹ ਚਤੁਰਭੁਜਾਵਾਂ ਦੇ ਜਾਂ ਬਹੁਭੁਜਾਂ ਦੇ ਥੋੜ੍ਹੇ ਬਹੁਤ ਸਮਝੇ ਨੇ ਅੱਜ। ਠੀਕ ਹੈ, 1-2 ਕੁਐਸਚਨਸ ਵੀ ਜਿਹੜੇ ਆਪਾਂ ਕੀਤੇ ਨੇ ਐਕਸਰਸਾਈਜ਼ ਫਸਟ ਦੇ। ਤੋ ਇਸ ਤੋਂ ਬਾਅਦ ਅੱਗੇ ਜਿਹੜਾ ਸਾਡੇ ਕੋਲ ਕਨਸੈਪਟ ਆਏਗਾ ਉਹ ਬਹੁਭੁਜ ਜਾਂ ਚਤੁਰਭੁਜ ਦੇ ਜਿਹੜੇ ਕੋਣਾਂ ਦਾ ਜੋੜਫਲ ਹੈ ਤੇ ਕੋਣਾਂ ਦੇ ਜੋੜਫਲ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਹੈ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ। ਠੀਕ ਹੈ, ਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਬਹੁਤ ਧੰਨਵਾਦ। ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਸਤਿ ਸ਼੍ਰੀ ਅਕਾਲ।